ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਮ੍ਰਿਤ ਵਿਰਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਿਸਾਨ ਅੰਦੋਲਨ ਦੇ ਨਾਲ ਜੁੜੀ ਇਸ ਵੱਡੀ ਖਬਰ ਦੇ ਨਾਲ। ਤਾਂ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਲਗਾਤਾਰ 55ਵੇਂ ਦਿਨ ਦੇ ਵਿੱਚ ਪਹੁੰਚ ਗਿਆ ਹੈ, ਪਰ ਦੂਜੇ ਪਾਸੇ ਅੱਜ ਜੋ ਮੀਟਿੰਗ ਹੋਣ ਜਾ ਰਹੀ ਸੀ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਉਹ ਫਿਲਹਾਲ ਅੱਜ ਨਹੀਂ ਹੋਵੇਗੀ। ਜੀ ਹਾਂ, ਸਰਕਾਰ ਨੇ ਇੱਕ ਦਿਨ ਦੇ ਲਈ ਇਹ ਬੈਠਕ ਟਾਲ ਦਿੱਤੀ ਹੈ। ਹੁਣ ਕੱਲ ਨੂੰ ਹੋਵੇਗੀ 10ਵੇਂ ਗੇੜ ਦੀ ਬੈਠਕ। ਕੱਲ ਦੁਪਹਿਰ 2 ਵਜੇ ਵਿਗਿਆਨ ਭਵਨ ਦੇ ਵਿੱਚ ਸਰਕਾਰ ਦੇ ਨਾਲ ਕਿਸਾਨਾਂ ਦੀ ਬੈਠਕ ਹੋਵੇਗੀ, ਜਿਹੜੀ ਕਿ ਪਹਿਲਾਂ ਅੱਜ 12 ਵਜੇ ਹੋਣੀ ਸੀ, ਉਸ ਨੂੰ ਟਾਲ ਦਿੱਤਾ ਗਿਆ ਹੈ, ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 9 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਸਾਰੀਆਂ ਹੀ ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਹੁਣ ਨਜ਼ਰ ਅੱਜ ਦੀ ਮੀਟਿੰਗ ਤੇ ਟਿਕੀ ਹੋਈ ਸੀ ਕਿ ਅੱਜ ਮੀਟਿੰਗ ਦੇ ਵਿੱਚ ਗੱਲਬਾਤ ਅੱਗੇ ਵੱਧਦੀ ਹੈ ਜਾਂ ਫਿਰ ਨਹੀਂ। ਪਰ ਕੱਲ ਰਾਤ ਨੂੰ ਜੋ ਸਰਕਾਰ ਦੇ ਵੱਲੋਂ ਇੱਕ ਲੈਟਰ ਕਿਸਾਨਾਂ ਨੂੰ ਭੇਜਿਆ ਗਿਆ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਜੋ ਹੈ ਇੱਕ ਦਿਨ ਦੇ ਲਈ ਮੁਲਤਵੀ ਕੀਤੀ ਜਾ ਰਹੀ ਹੈ, ਯਾਨੀ ਕਿ ਹੁਣ 19 ਜਨਵਰੀ ਦੀ ਬਜਾਏ 20 ਜਨਵਰੀ ਨੂੰ ਇਹ ਬੈਠਕ ਹੋਵੇਗੀ। ਤਾਂ ਕੱਲ ਦੀ ਬੈਠਕ ਕਾਫੀ ਅਹਿਮ ਹੈ। ਕੱਲ ਬੈਠਕ ਦੇ ਵਿੱਚ ਗੱਲਬਾਤ ਅੱਗੇ ਵੱਧ ਪਾਉਂਦੀ ਹੈ ਜਾਂ ਨਹੀਂ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੋ ਮੀਟਿੰਗ ਮੁਲਤਵੀ ਕਰਨ ਦਾ ਕਾਰਨ ਹੈ ਕਿ ਹੋ ਸਕਦਾ ਹੈ ਕਿ ਸਰਕਾਰ ਕਿਸਾਨਾਂ ਦੇ ਲਈ ਕੋਈ ਨਵਾਂ ਪ੍ਰਸਤਾਵ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੋਵੇ। ਫਿਲਹਾਲ ਜ਼ਿਆਦਾ ਜਾਣਕਾਰੀ ਲਈ ਪੰਕਜ ਕਪਾਹੀ ਮੇਰੇ ਸਹਿਯੋਗੀ ਜੁੜ ਗਏ ਨੇ। ਤਾਂ ਪੰਕਜ, ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਕੱਲ ਦਾ ਦਿਨ ਕਾਫੀ ਅਹਿਮ, ਇੱਕ ਪਾਸੇ ਸਰਕਾਰ ਦੇ ਨਾਲ ਮੀਟਿੰਗ, ਦੂਜੇ ਪਾਸੇ ਪਰੇਡ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਤਾਂ ਕੁਝ ਪਤਾ ਚੱਲ ਪਾਇਆ ਕਿ ਇਸ ਵੇਲੇ ਕੀ ਵਿਚਾਰ ਕਰ ਰਹੀ ਹੈ ਸਰਕਾਰ, ਕੀ ਸਟ੍ਰੈਟਜੀ ਅਪਣਾ ਰਹੀ ਹੈ? ਬਿਲਕੁਲ ਅਮ੍ਰਿਤ, ਕਿਉਂਕਿ ਐਮਐਸਪੀ ਨੂੰ ਲੈ ਕੇ ਕੱਲ ਦੀ ਮੀਟਿੰਗ ਦੇ ਵਿੱਚ ਚਰਚਾ ਰਹਿ ਸਕਦੀ ਹੈ ਔਰ ਐਮਐਸਪੀ ਨੂੰ ਲੈ ਕੇ ਕਿਸ ਤਰੀਕੇ ਦਾ ਪ੍ਰਪੋਜ਼ਲ ਸਰਕਾਰ ਦਾ ਰਹਿ ਸਕਦਾ ਹੈ ਕਈ ਮਾਇਨਿਆਂ ਦੇ ਵਿੱਚ ਅਹਿਮ ਹੈ। ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ 15 ਤਰੀਕ ਦੀ ਮੀਟਿੰਗ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਇੱਕ ਸਵਾਲ ਰੱਖਿਆ ਸੀ ਕਿ ਅਗਰ ਐਮਐਸਪੀ ਨੂੰ ਲੈ ਕੇ ਸਹਿਮਤੀ ਬਣ ਗਈ ਤਾਂ ਕੀ ਅੰਦੋਲਨ ਖਤਮ ਕਿਸਾਨ ਜਥੇਬੰਦੀਆਂ ਕਰਨਗੀਆਂ, ਔਰ ਸਰਕਾਰ ਦੇ ਸਾਹਮਣੇ 26 ਜਨਵਰੀ ਤੋਂ ਪਹਿਲਾਂ ਇਸ ਅੰਦੋਲਨ ਨੂੰ ਕਿਸ ਤਰੀਕੇ ਦੀ ਕੀ ਰੂਪਰੇਖਾ ਰਹਿਣ ਵਾਲੀ ਹੈ, ਉਹ ਕੱਲ ਦੀ ਮੀਟਿੰਗ ਜਿਹੜੀ ਹੈ ਉਹ ਤੈਅ ਕਰੇਗੀ। ਕਿਉਂਕਿ ਕੱਲ ਦੀ ਮੀਟਿੰਗ 26 ਜਨਵਰੀ ਤੋਂ ਪਹਿਲਾਂ ਕਾਫੀ ਅਹਿਮ ਹੈ ਔਰ ਜਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਉਲੀਕਿਆ ਹੋਇਆ ਕਿ ਦਿੱਲੀ ਦੇ ਅੰਦਰ ਟਰੈਕਟਰ ਮਾਰਚ ਕੱਢਿਆ ਜਾਏਗਾ ਔਰ ਪੂਰੀ ਦੁਨੀਆ ਦੀਆਂ ਨਜ਼ਰਾਂ 26 ਜਨਵਰੀ ਤੇ ਰਹਿਣ ਵਾਲੀਆਂ, ਔਰ ਉਸ ਤੋਂ ਪਹਿਲਾਂ ਇਹ ਮੁਲਾਕਾਤ ਕਈ ਮਾਇਨਿਆਂ ਦੇ ਵਿੱਚ ਅਹਿਮ ਹੈ ਔਰ ਇਸੇ ਵਜ੍ਹਾ ਕਰਕੇ ਸਰਕਾਰ ਇਸ ਮੀਟਿੰਗ ਨੂੰ ਬੇਸਿੱਟਾ ਨਹੀਂ ਰਹਿਣ ਦੇਣਾ ਚਾਹੁੰਦੀ ਔਰ ਇਸੇ ਵਜ੍ਹਾ ਕਰਕੇ ਇੱਕ ਦਿਨ ਦਾ ਹੋਰ ਜਿਹੜਾ ਅੱਜ ਮੀਟਿੰਗ ਦੁਪਹਿਰ 12 ਵਜੇ ਹੋਣੀ ਸੀ, ਉਹ ਕੱਲ ਦੁਪਹਿਰ 2 ਵਜੇ ਹੁਣ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਇਹ ਮੀਟਿੰਗ ਰਹਿਣ ਵਾਲੀ ਹੈ। ਅਮ੍ਰਿਤ, ਬਿਲਕੁਲ ਪੰਕਜ, ਤਾਂ ਫਿਲਹਾਲ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਹੈ ਉਸ ਤੇ ਵੀ ਲਗਾਤਾਰ ਨਜ਼ਰ ਜੋ ਹੈ ਉਹ ਬਣੀ ਹੋਈ ਹੈ। ਸੁਪਰੀਮ ਕੋਰਟ ਕੀ ਫੈਸਲਾ ਸੁਣਾਉਂਦੀ ਹੈ ਇਸ ਟਰੈਕਟਰ ਪਰੇਡ ਨੂੰ ਲੈ ਕੇ, ਉਹ ਵੀ ਦੇਖਣਾ ਕਾਫੀ ਅਹਿਮ ਹੈ। ਸ਼ੁਕਰੀਆ ਪੰਕਜ ਇਸ तमाम ਜਾਣਕਾਰੀ ਦੇ ਲਈ। ਤਾਂ ਕੱਲ ਸਰਕਾਰ ਦੇ ਵੱਲੋਂ ਰਾਤ ਨੂੰ ਜਾਣਕਾਰੀ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਨੂੰ। ਫਿਲਹਾਲ ਕਿਸਾਨਾਂ ਦੇ ਵੱਲੋਂ ਵੀ ਆਪਣੇ ਪੇਜ ਤੇ ਆਪਣੇ ਟਵਿੱਟਰ ਹੈਂਡਲ ਤੇ ਇਸ ਸੰਬੰਧੀ ਜਾਣਕਾਰੀ ਪਾਈ ਹੋਈ ਹੈ ਕਿ ਹੁਣ ਮੀਟਿੰਗ 19 ਜਨਵਰੀ ਦੀ ਬਜਾਏ 20 ਜਨਵਰੀ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਦੇ ਵਿੱਚ ਹੋਣ ਜਾ ਰਹੀ ਹੈ। ਤਾਂ ਕੱਲ ਦੀ ਮੀਟਿੰਗ ਦੇ ਵਿੱਚ ਕੀ ਕੁਝ ਨਵਾਂ ਹੁੰਦਾ ਹੈ ਜਾਂ ਫਿਰ ਨਹੀਂ, ਇਹ ਕੱਲ ਹੀ ਦੇਖਣਾ ਹੋਵੇਗਾ। ਤੇ ਅਗਲੀ ਵੱਡੀ ਖਬਰ ਦਾ ਰੁਖ ਕਰਦੇ ਹਾਂ। ਸੁਪਰੀਮ ਕੋਰਟ ਦੀ ਕਮੇਟੀ ਦੀ ਅੱਜ ਪਹਿਲੀ ਬੈਠਕ ਹੋਣ ਜਾ ਰਹੀ ਹੈ। ਦਰਅਸਲ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ 4 ਮੈਂਬਰੀ ਕਮੇਟੀ ਬਣਾਈ ਸੀ। ਹਾਲਾਂਕਿ ਉਸ 4 ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਪਹਿਲਾਂ ਹੀ ਖੁਦ ਨੂੰ ਕਮੇਟੀ ਤੋਂ ਵੱਖ ਕਰ ਚੁੱਕੇ ਨੇ। ਹੁਣ ਬਾਕੀ 3 ਮੈਂਬਰ ਜੋ ਬਚੇ ਨੇ ਉਹ ਦਿੱਲੀ ਦੇ ਵਿੱਚ ਅੱਜ ਮੰਥਨ ਕਰਨਗੇ। ਅਨਿਲ ਗਨਵਟ, ਪੀਕੇ ਜੋਸ਼ੀ, ਅਸ਼ੋਕ ਗੁਲਾਟੀ, ਇਹ 3 ਮੈਂਬਰ ਫਿਲਹਾਲ ਪਾਰਟੀ ਦੇ ਵਿੱਚ ਬਚੇ ਨੇ। ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਪਰ ਉਹ ਸੁਣਵਾਈ ਟਲ ਗਈ। ਕੱਲ ਦੀ ਸੁਣਵਾਈ ਦੇ ਵਿੱਚ ਲੱਗ ਰਿਹਾ ਸੀ ਕਿ ਜਾਂ ਤਾਂ ਕੋਈ ਨਵਾਂ ਮੈਂਬਰ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਕਮੇਟੀ ਦੇ ਉੱਪਰ ਸਵਾਲ ਵੀ ਖੜੇ ਹੋ ਰਹੇ ਸੀ, ਉਸ ਨੂੰ ਲੈ ਕੇ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ, ਜੋ ਕਿ ਬੁੱਧਵਾਰ ਨੂੰ ਯਾਨੀ ਕਿ ਆਉਣ ਵਾਲੇ ਕੱਲ ਦੇ ਵਿੱਚ ਹੁਣ ਹੋਵੇਗੀ। ਤਾਂ ਉਸ ਤੋਂ ਪਹਿਲਾਂ ਅੱਜ ਸੁਪਰੀਮ ਕੋਰਟ ਦੀ ਜੋ ਕਮੇਟੀ ਹੈ ਉਸ ਦੇ ਵੱਲੋਂ ਆਪਣੀ ਪਹਿਲੀ ਬੈਠਕ ਕੀਤੀ ਜਾਣੀ ਹੈ, ਕਿਉਂਕਿ ਪਹਿਲਾਂ ਹੀ ਜੋ ਹੈ ਇਸ ਕਮੇਟੀ ਨੂੰ 2 ਮਹੀਨਿਆਂ ਦੇ ਵਿੱਚ ਰਿਪੋर्ट देने के लिए कहा गया है। ज्यादा जानकारी लिए सुशील पांडे मेरे सहयोगी जुड़े ने। तो सुशील, 10 दिन के अंदर इस कमेटी को पहली बैठक करने के लिए कहा गया था। उसके तय समय के मुताबिक ये कमेटी अपनी बैठक भी करने जा रही है, लेकिन 3 मेंबरों के साथ क्या कुछ अपडेट इस पूरे मामले पर? जी बिल्कुल अमृत, देखिए साफ तौर से सुप्रीम कोर्ट ने किसानों के इस समस्या को लेकर जो कमेटी बनाई थी, उस कमेटी में से 4 सदस्य थे, उसमें से एक सदस्य भूपेंद्र सिंह मान ने अपने पद से इस्तीफा दे दिया था। उसके बाद जो 4 सदस्य हैं वो 4 सदस्य फिलहाल इस कमेटी के द्वारा अपनी जो पहली बैठक है वो आज करेंगे। हालांकि इस पूरे बैठक में साफ तौर से भूपेंद्र सिंह मान नहीं है, तो अब निश्चित रूप से डॉक्टर प्रमोद जोशी जो एग्रीकल्चर इकोनॉमिस्ट है, अशोक गुलाटी और सहकारी संगठन महाराष्ट्र के जो अनिल घनवट हैं, ये तमाम लोग आज बैठकर पहली बैठक
पूसा इंस्टीट्यूट में करेंगे और ये रणनीति तय करेंगे कि किसानों के साथ कैसे बैठक की जाए। हालांकि सुप्रीम कोर्ट ने 4 सदस्यों की कमेटी बनाई थी, लेकिन एक कमेटी मेंबर के अलग हो जाने के बावजूद भी ये 3 जो सदस्य की कमेटी है वो अपना काम शुरू करेगी, क्योंकि उनकी तरफ से कल ही ये साफ कर दिया गया था कि सुप्रीम कोर्ट का जो आदेश है वो स्पष्ट है और उस पर काम करना बेहद जरूरी है। सुप्रीम कोर्ट ने यह साफ कर दिया था कि इस कमेटी में जो लोग शामिल हैं वो अपना काम 10 दिन के अंदर शुरू करें और इसके लिए केंद्र सरकार को निर्देश भी दे दिया था। और इसी के लिए आज जो पहली बैठक हो रही है वो ये रणनीति तय करेगी कि किसानों के साथ कैसे आगे बातचीत जारी की जाए, किस प्रकार के प्रकरण को बढ़ाया जाए। और हो सकता है कि बुधवार को जब सुप्रीम कोर्ट इस मामले में सुनवाई करे तो एक मेंबर की कमेटी जो खाली है उसमें किसी को शामिल करे। अगर ऐसा करता है तो निश्चित रूप से कमेटी के तमाम लोगों पर उसका असर नहीं पड़ेगा और इसीलिए कमेटी ने अपना काम शुरू कर दिया है। जी बिल्कुल सुशील, तो फिलहाल इस कमेटी की ओर से जो पहली बैठक की जा रही है उस बैठक में क्या कुछ चर्चा की जाती है ये देखना काफी अहम है। शुक्रिया इस तमाम जानकारी के लिए। ਤਾਂ ਅੱਜ ਸੁਪਰੀਮ ਕੋਰਟ ਦੀ ਬਣਾਈ ਗਈ ਕਮੇਟੀ ਦੇ ਵੱਲੋਂ ਆਪਣੀ ਪਹਿਲੀ ਬੈਠਕ ਕੀਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਤੇ ਵਿਚਾਰ ਕਰਨ ਦੇ ਲਈ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਕਿ ਆਖਿਰਕਾਰ ਪਤਾ ਲਗਾਇਆ ਜਾਵੇ ਕਿ ਗੱਲਬਾਤ ਦੇ ਬਾਵਜੂਦ ਗੱਲ ਕਿਉਂ ਨਹੀਂ ਬਣ ਰਹੀ, ਗੱਲ ਅੜੀ ਕਿਉਂ ਹੋਈ ਹੈ, ਰੇੜਕਾ ਕਿੱਥੇ ਬਰਕਰਾਰ ਹੈ। ਤਾਂ ਫਿਲਹਾਲ ਅਨਿਲ ਗਨਵਟ, ਪੀਕੇ ਜੋਸ਼ੀ, ਅਸ਼ੋਕ ਗੁਲਾਟੀ ਦੇ ਵੱਲੋਂ ਅੱਜ ਪਹਿਲੀ ਬੈਠਕ ਕੀਤੀ ਜਾ ਰਹੀ ਹੈ। ਤਾਂ ਅੱਜ ਇੱਕ ਪਾਸੇ ਕਮੇਟੀ ਬੈਠਕ ਕਰਨ ਜਾ ਰਹੀ ਹੈ ਤਾਂ ਦੂਜੇ ਪਾਸੇ ਕਿਸਾਨ ਆਗੂਆਂ ਦੇ ਨਾਲ ਦਿੱਲੀ ਪੁਲਿਸ ਦੀ ਮੀਟਿੰਗ ਹੋਣ ਜਾ ਰਹੀ ਹੈ। 26 ਜਨਵਰੀ ਦੀ ਟਰੈਕਟਰ ਪਰੇਡ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋਵੇਗੀ। ਕਿਸਾਨਾਂ ਨੇ ਆਊਟਰ ਰਿੰਗ ਰੋਡ ਤੇ ਮਾਰਚ ਕੱਢਣਾ ਹੈ। ਟਰੈਕਟਰ ਪਰੇਡ ਤੇ ਕੱਲ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੋਣੀ ਹੈ। ਸੁਪਰੀਮ ਕੋਰਟ ਦੇ ਵਿੱਚ ਦਿੱਲੀ ਪੁਲਿਸ ਨੇ ਪਰੇਡ ਤੇ ਰੋਕ ਲਗਾਉਣ ਦੀ ਅਰਜ਼ੀ ਪਾਈ ਹੈ। ਹਾਲਾਂਕਿ ਕੱਲ ਸੁਪਰੀਮ ਕੋਰਟ ਨੇ ਪੁਲਿਸ ਨੂੰ ਖੁਦ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਸੀ। ਦੱਸ ਦਈਏ ਕਿ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਕੱਲ ਵੀ ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਹਾਲਾਂਕਿ ਕੱਲ ਦੀ ਮੀਟਿੰਗ ਨੂੰ ਪੁਲਿਸ ਨੇ ਰੂਟੀਨ ਮੀਟਿੰਗ ਦੱਸਿਆ ਸੀ, ਪਰ ਅੱਜ ਜੋ ਮੀਟਿੰਗ ਹੋਣ ਜਾ ਰਹੀ ਹੈ ਸਿੱਧੇ ਤੌਰ ਤੇ ਉਹ ਮੀਟਿੰਗ ਕਿਸਾਨ ਪਰੇਡ ਨੂੰ ਲੈ ਕੇ ਆ, ਕਿਉਂਕਿ ਸੁਪਰੀਮ ਕੋਰਟ ਕਹਿ ਰਿਹਾ ਕਿ ਦਿੱਲੀ ਪੁਲਿਸ ਦਾ ਅਧਿਕਾਰ ਖੇਤਰ ਹੈ। ਦਿੱਲੀ ਪੁਲਿਸ ਆਪਣੇ ਪੱਧਰ ਤੇ ਤੈਅ ਕਰੇ ਕਿਸ ਨੂੰ ਦਿੱਲੀ 'ਚ ਐਂਟਰੀ ਦਿੱਤੀ ਜਾਣੀ ਹੈ ਤੇ ਕਿਸ ਨੂੰ ਨਹੀਂ। ਕੱਲ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਵੀ ਆਪਣਾ ਫੈਸਲਾ ਜੋ ਹੈ ਉੱਥੇ ਸਬਮਿਟ ਕਰਨਾ ਪਵੇਗਾ ਕਿ ਆਖਿਰਕਾਰ ਦਿੱਲੀ ਪੁਲਿਸ ਨੇ ਕੀ ਫੈਸਲਾ ਲਿਆ ਹੈ, ਕੀ ਵਿਚਾਰ ਕੀਤਾ ਹੈ। ਇਸੇ ਲਈ ਹੁਣ ਦਿੱਲੀ ਪੁਲਿਸ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ, ਆਗੂਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਨਾ ਲਿਆ ਜਾਵੇ। ਤਾਂ ਫਿਲਹਾਲ ਕਿਸਾਨ ਕਹਿ ਰਹੇ ਨੇ ਕਿ ਹਰ ਹਾਲ ਦੇ ਵਿੱਚ ਪਰੇਡ ਤਾਂ ਹੋ ਕੇ ਹੀ ਰਹੇਗੀ। ਤਾਂ ਆਖਿਰਕਾਰ ਦਿੱਲੀ ਪੁਲਿਸ ਇਸ ਮਸਲੇ ਦਾ ਹੱਲ ਕਿਸ ਤਰ੍ਹਾਂ ਕੱਢਦੀ ਹੈ ਉਹ ਦੇਖਣਾ ਕਾਫੀ ਅਹਿਮ ਹੈ। ਰੋਹਿਤ ਬੰਸਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜੇ ਨੇ ਜ਼ਿਆਦਾ ਜਾਣਕਾਰੀ ਦੇ ਲਈ। ਇਸ ਤੋਂ ਬਾਅਦ ਰੁਖ ਕਰਾਂਗੇ ਟਿਕਰੀ ਬਾਰਡਰ ਦਾ। ਪੁਲਰਜੀਤ ਵੀ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਰੋਹਿਤ, ਕੁੱਲ ਮਿਲਾ ਕੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਸੀ, ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਤੋਂ ਖੁਦ ਨੂੰ ਪਾਸੇ ਰੱਖਦਿਆਂ ਗੇਂਦ ਦਿੱਲੀ ਪੁਲਿਸ ਦੇ ਪਾਲੇ ਵਿੱਚ ਸੁੱਟ ਦਿੱਤੀ। ਦਿੱਲੀ ਪੁਲਿਸ ਦੇ ਲਈ ਹਾਲਾਂਕਿ ਬਹੁਤ ਵੱਡੀ ਚੁਣੌਤੀ ਕਿਸਾਨਾਂ ਨੂੰ ਮਨਾਉਣਾ। ਫਿਲਹਾਲ ਅੱਜ ਦੀ ਮੀਟਿੰਗ ਨੂੰ ਲੈ ਕੇ ਕੀ ਕੁਝ ਅਪਡੇਟ ਹੈ? जी बिल्कुल, करीब 9 बजे दिल्ली पुलिस और किसानों के बीच एक मीटिंग होगी। इस मीटिंग में मुख तौर पर एजेंडा जो 26 जनवरी का रहने वाला, जिथे सुप्रीम कोर्ट ने दिल्ली पुलिस को कह दिता सी कि ये तुहाडे अधिकार खेतर का काम है, तुसीं डिसाइड करना कि तुसीं किस नूं दिल्ली विच जाण दी परमिशन देनी है, किस नूं नहीं देनी है, तुहाडे ते डिपेंड है। जां तुसीं दसो कि की तुसीं फैसला सुप्रीम कोर्ट के जरिए लेना चाहते हो। तो उस तो बाद पहली मीटिंग हो रही है। कल भी जिहड़े दिल्ली पुलिस के जॉइंट सीपी ने SS यादव उन्होंने किसान आगुओं नाल मुलाकात की, जिस दे विच किसानों ने वर्बली जिहड़ा अपना एक रूट है वह दस दिता सी। अज दी जे मुलाकात की गल की जाए तो शायद लग रहा है कि जिहड़े किसान आगू है उन्होंने एक बार मनाउण की कोशिश की जाएगी कि वो इस तरह का मार्च ना कढण। पर दूजे पासे किसान ये गल क्लीयर कर चुके हैं कि असीं अपना मार्च जरूर कढांगे, असीं इस तो पिछे नहीं हटांगे। तो जिहड़ा दिल्ली पुलिस नाल मीटिंगां दा दौर शुरू होया, इस दे विच हो सकदा है कि एक जिहड़ा रूट है रूट निर्धारित कर लिया जाए, एक रूट नूं लैके आपसी सहमति बनाई जाए कि दिल्ली दे जिहड़ा आउटर रिंग रोड आ उस दे उत्ते किहड़े-किहड़े रूट नूं फॉलो किया जाए, किहड़े-किहड़े एरिए तो जिहड़ी एंट्री पॉइंट रखे जाण, उस चीज़ नूं लैके दिल्ली पुलिस दे नाल सलाह हो सकती है। कई बार की हुंदा है कि जेकर मान लो एक तुसीं मार्च 50 किलोमीटर लंबा कढ रहे हो तो आपसी सहमति नाल उसनूं कुछ किलोमीटर तक घटाया जा सकता है। सो कुछ अज उस तरह की गलबात करने की कोशिश की जाएगी कि जिहड़े किसान है किसानां नूं इस गल लई मनाया जाए कि जिहड़ा एक रूट प्लान किया फिलहाल किस ट्रैक ते गलबात हुंदी है ते किस गल ते सहमति बनदी है लगातार नजर बनी हुई है। शुक्रिया फिलहाल इस तमाम जानकारी लई। सीधा रुख करदे हां
ਟਿਕਰੀ ਬਾਰਡਰ ਦਾ ਪੁਲਰਜੀਤ ਮੇਰੇ ਸਹਿਯੋਗੀ ਜੁੜੇ ਨੇ। ਤਾਂ ਪੁਲਰ ਅੱਜ ਫਿਲਹਾਲ ਨਜ਼ਰਾਂ ਸਭ ਦੀਆਂ ਬੈਠਕ ਤੇ ਟਿਕੀਆਂ ਹੋਈਆਂ ਸੀ ਕਿ ਸਰਕਾਰ ਦੇ ਨਾਲ ਬੈਠਕ ਹੋਣ ਜਾ ਰਹੀ ਹੈ 10ਵੇਂ ਗੇੜ ਦੀ, ਪਰ ਉਹ ਬੈਠਕ ਮੁਲਤਵੀ ਸਰਕਾਰ ਨੇ ਕਰ ਦਿੱਤੀ ਹੈ। ਹੁਣ ਕੱਲ ਬੈਠਕ ਹੋਵੇਗੀ, ਕੱਲ ਸੁਪਰੀਮ ਕੋਰਟ ਦੇ ਵਿੱਚ ਵੀ ਸੁਣਵਾਈ ਹੈ। ਉਸ ਤੋਂ ਪਹਿਲਾਂ ਅੱਜ ਦਿੱਲੀ ਪੁਲਿਸ ਦੀ ਵੀ ਕਿਸਾਨ ਆਗੂਆਂ ਨਾਲ ਮੀਟਿੰਗ ਹੈ। ਫਿਲਹਾਲ ਕਿਸ ਤਰ੍ਹਾਂ ਦਾ ਮਾਹੌਲ ਹੈ, ਕਿਉਂਕਿ 55ਵੇਂ ਦਿਨ ਦੇ ਵਿੱਚ ਧਰਨਾ ਵੀ ਪਹੁੰਚ ਗਿਆ ਹੈ। ਬਿਲਕੁਲ ਅੰਮ੍ਰਿਤ, ਤਾਂ ਕਰੀਬ 2 ਮਹੀਨੇ ਹੋਣ ਵਾਲੇ ਨੇ ਕਿਸਾਨਾਂ ਨੂੰ ਇਸ ਅੰਦੋਲਨ ਦੇ ਵਿੱਚ ਸੜਕਾਂ ਦੇ ਉੱਪਰ ਬੈਠਿਆਂ ਨੂੰ, ਬਾਰਡਰਾਂ ਉੱਪਰ ਬੈਠਿਆਂ ਨੂੰ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਾਹੌਲ ਇਸ ਵੇਲੇ ਠੰਡਾ, ਜ਼ੀਰੋ ਵਿਜ਼ੀਬਿਲਟੀ ਆ, ਧੁੰਦ ਬਹੁਤ ਜ਼ਿਆਦਾ ਸੰਘਣੀ ਪਈ ਹੋਈ ਆ। ਤਾਂ ਸਵੇਰ ਵੇਲੇ ਇੱਥੇ ਨਜ਼ਾਰਾ ਇਸ ਤਰੀਕੇ ਦਾ ਹੀ ਹੁੰਦਾ ਔਰ ਇੱਕ ਨਵੀਂ ਉਮੀਦ ਦੇ ਨਾਲ ਨਵੀਂ ਸਵੇਰ ਹੁੰਦੀ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਮੀਟਿੰਗ ਸੀ ਪਹਿਲਾਂ ਕਿਸਾਨਾਂ ਦੀ, ਹਾਲਾਂਕਿ ਮੀਟਿੰਗ ਪੋਸਟਪੋਨ ਹੋ ਗਈ ਔਰ ਅੱਜ ਉਸ ਤੋਂ ਬਾਅਦ ਜਿਹੜੀ ਅੱਜ ਮੇਨ ਮੀਟਿੰਗ ਹੋਣੀ ਹੈ ਉਹ ਦਿੱਲੀ ਪੁਲਿਸ ਦੇ ਨਾਲ ਕਿਸਾਨਾਂ ਦੀ ਹੋਣੀ ਹੈ, ਕਿਉਂਕਿ 26 ਤਰੀਕ ਟਰੈਕਟਰ ਮਾਰਚ ਦਾ ਜ਼ਿਕਰ ਹੋ ਰਿਹਾ, ਜਿਹੜੀ ਕਿ ਵੱਡੀ ਸਿਰਦਰਦੀ ਬਣੀ ਹੋਈ ਹੈ ਦਿੱਲੀ ਪੁਲਿਸ ਦੇ ਲਈ। ਸੁਪਰੀਮ ਕੋਰਟ ਗਏ ਸੀ ਪਰ ਸੁਪਰੀਮ ਕੋਰਟ ਨੇ ਬੋਲ ਦਿੱਤਾ ਕਿ ਪਹਿਲਾਂ ਤੁਸੀਂ ਆਪਣੇ ਲੈਵਲ ਦੇ ਉੱਪਰ ਡਿਸਾਈਡ ਕਰੋ ਕਿ ਇਜਾਜ਼ਤ ਦੇਣੀ ਹੈ ਜਾਂ ਨਹੀਂ ਦੇਣੀ। ਤਾਂ ਅਜਿਹੇ ਦੇ ਵਿੱਚ ਦਿੱਲੀ ਪੁਲਿਸ ਦੇ ਲਈ ਵੀ ਵੱਡੀ ਚੁਣੌਤੀ ਹੈ। ਤਾਂ ਅੱਜ ਮੀਟਿੰਗ ਦੇ ਵਿੱਚ ਕਿਤੇ ਨਾ ਕਿਤੇ ਗੱਲਬਾਤ ਹੋਵੇਗੀ ਔਰ ਰੂਟ ਸੰਬੰਧੀ ਕਿਤੇ ਨਾ ਕਿਤੇ ਉਮੀਦ ਲਗਾਈ ਜਾ ਰਹੀ ਹੈ ਕਿ ਰੂਟ ਨੂੰ ਲੈ ਕੇ ਗੱਲਬਾਤ ਹੋਏਗੀ। ਜੇਕਰ ਕਿਸਾਨ, ਕਿਉਂਕਿ ਕਿਸਾਨ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਟਰੈਕਟਰ ਮਾਰਚ ਹੋਏਗਾ, ਸ਼ਾਂਤਮਈ ਢੰਗ ਦੇ ਨਾਲ ਹਰ ਹਾਲ ਦੇ ਵਿੱਚ ਹੋਏਗਾ। ਟਰੈਕਟਰ ਮਾਰਚ ਅਸੀਂ ਕੱਢਾਂਗੇ, ਭਾਵੇਂ ਸਰਕਾਰ ਸਾਨੂੰ ਇਜਾਜ਼ਤ ਦੇਵੇ ਜਾਂ ਨਾ ਦੇਵੇ। ਤਾਂ ਅਜਿਹੇ ਦੇ ਵਿੱਚ ਦਿੱਲੀ ਪੁਲਿਸ ਦੇ ਲਈ ਵੱਡੀ ਚੁਣੌਤੀ, ਕਿਉਂਕਿ 26 ਤਰੀਕ ਦਾ ਦਿਨ ਬਹੁਤ ਵੱਡਾ ਦਿਨ ਹੈ, ਦੇਸ਼ ਦਾ ਗਣਤੰਤਰ ਦਿਵਸ। ਅਜਿਹੇ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਔਰ ਸੁਪਰੀਮ ਕੋਰਟ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ, ਫਸਟ ਬਾਡੀ ਜਿਹੜੀ ਹੈ ਉਹ ਦਿੱਲੀ ਪੁਲਿਸ ਹੈ, ਉਹ ਜਿਸ ਤਰੀਕੇ ਨਾਲ ਚਾਹੇ ਆਪਣੀ ਕਾਰਵਾਈ ਕਰ ਸਕਦੀ ਹੈ। ਤਾਂ ਅੱਜ ਬੇਹੱਦ ਅਹਿਮ ਮੀਟਿੰਗ ਹੈ, ਇੱਥੇ ਗੱਲਬਾਤ ਕਰਦੇ ਸਾਡੇ ਨਾਲ ਕਿਸਾਨ ਵੀ ਖੜ੍ਹੇ ਨੇ। ਸਵੇਰ ਦਾ ਟਾਈਮ ਆ, ਤੁਸੀਂ ਦੇਖ ਸਕਦੇ ਹੋ ਕਿ ਵਰਜਿਸ਼ ਕਰ ਰਹੇ ਨੇ, ਕਿਉਂਕਿ ਕਰੀਬ 2 ਮਹੀਨਿਆਂ ਤੋਂ ਇੱਥੇ ਇਹ ਡਟੇ ਹੋਏ ਨੇ। ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਤਾਂ ਬਾਈ ਜੀ, ਠੰਡ ਵੀ ਬਹੁਤ ਜ਼ਿਆਦਾ ਹੈ, ਤਾਂ ਸਰੀਰ ਖੋਲ ਰਹੇ ਹੋ? हाँ जी शरीर खोल रहे हैं, 26 की तैयारी भी कर रहे हैं, दोनों काम कर रहे हैं, शरीर भी बना रहे हैं, ठंड भी ला रहे हैं। तो 26 की जी परेड है वो साढ़े नौजवान वीरों की पूरी तैयारी च है। तो 26 जनवरी का रूट है ट्रैक्टर मार्च, वो शांतमई ढंग नाल लाजमी करांगे। ਕੀ ਲੱਗਦਾ ਕਿੰਨੇ ਕੁ ਅਨੁਸ਼ਾਸਨ ਦੇ ਵਿੱਚ ਰਹਿ ਕੇ ਟਰੈਕਟਰ ਮਾਰਚ ਹੋਊਗਾ? शांतमई ढंग नाल जी, ਕਿਉਂਕਿ ਪਰੇਡ ਦੀ ਗੱਲ ਕਰਦੇ ਆ, ਪਰੇਡ ਇੱਕ ਡਿਸਪਲਿਨ ਦੇ ਵਿੱਚ ਹੁੰਦੀ ਹੈ, ਇੱਕ ਪੂਰੇ ਅਨੁਸ਼ਾਸਨ ਦੇ ਵਿੱਚ ਹੁੰਦਾ, ਦੁਨੀਆ ਦੇਖਦੀ ਆ ਉਹਨੂੰ। ਤੁਸੀਂ ਟਰੈਕਟਰ ਪਰੇਡ ਦੀ ਗੱਲ ਕਰ ਰਹੇ ਹੋ, ਉਹਦੀ ਰੂਪ ਕਿਸ ਤਰੀਕੇ ਦੀ ਹੋਏਗੀ ਟਰੈਕਟਰ ਪਰੇਡ? ट्रैक्टर की रूपरेखा वो साढ़े आगू साहबान बनाउणगे जी, मीटिंग करनगे पहला कि गवर्नमेंट की मीटिंग तो बाद वो साडी मीटिंग करनगे किहड़ी ढंग किहड़ा रूट दे रहे सानू, किहड़ी सानू गतिविधि दे रहे, उस हिसाब नाल ਚੱਲਾਂਗੇ ਅਸੀਂ। ਤਾਂ ਆਗੂਆਂ ਦੇ ਉੱਪਰ ਡਿਪੈਂਡੈਂਟ ਹੈ ਔਰ ਜਿਸ ਤਰੀਕੇ ਨਾਲ ਆਗੂ ਨਿਰਦੇਸ਼ ਦੇਣਗੇ ਤਾਂ ਉਸ ਤਰੀਕੇ ਦੇ ਨਾਲ ਹੀ ਨੌਜਵਾਨ ਲਾਮਬੰਦ ਹੋਣਗੇ। ਸਾਡੇ ਨਾਲ ਕੁਝ ਕਿਸਾਨ ਆਗੂ ਵੀ ਖੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੱਜ ਦਿੱਲੀ ਪੁਲਿਸ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ। 26 ਤਰੀਕ ਦੀ ਜਿਹੜੀ ਰੂਪਰੇਖਾ ਹੋਣੀ ਹੈ ਖਾਸ ਤੌਰ ਦੇ ਉੱਪਰ, ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਮੀਟਿੰਗ ਰੱਖੀ ਗਈ ਹੈ। ਕੀ ਲੱਗਦਾ ਕਿਸ ਤਰੀਕੇ ਦੀ ਗੱਲਬਾਤ ਹੋਵੇਗੀ ਇਸ ਮੀਟਿੰਗ ਵਿੱਚ? ਦੇਖੋ ਜੀ, ਪਹਿਲਾਂ ਉਹ ਤਾਂ ਵੈਸੇ ਵੀ ਸਰਕਾਰ ਹੀ ਗਈ ਸੀਗੀ ਕੋਰਟ ਦੇ ਵਿੱਚ ਵੀ ਇਹਦੇ ਮਾਮਲੇ ਤੇ। ਪੁਲਿਸ ਨੂੰ ਜੇ ਭੇਜਿਆ ਕੋਰਟ 'ਚ ਤਾਂ ਸਰਕਾਰ ਨੇ ਭੇਜਿਆ, ਤੇ ਜਿਹੜਾ ਕੋਰਟ ਨੇ ਉਹ ਮਤਲਬ 21 ਤੇ ਰੱਖਤਾ, ਜਿਹਦੇ 'ਚੋਂ ਮਤਲਬ ਜਿਹੜੀ ਪੁਲਿਸ ਦੀ ਮੀਟਿੰਗ ਆ ਨਾ, ਉਹ ਤਾਂ ਜਿਹੜੀ 26 ਜਨਵਰੀ ਵਾਲੀ ਆ ਉਹਦੇ ਮਾਮਲੇ ਤੇ ਉਹ ਗੱਲਬਾਤ ਕਰਨਗੇ। ਔਰ ਅਸੀਂ ਪਹਿਲਾਂ ਵੀ ਦੱਸਿਆ ਕਿ ਸਾਡੀ 21 ਤਰੀਕ ਨੂੰ ਦੁਆਰਾ ਸੰਯੁਕਤ ਮੋਰਚੇ ਦੀ ਮੀਟਿੰਗ ਆ, ਉਹਦੇ 'ਚ ਅਸੀਂ ਰੂਪਰੇਖਾ ਤਿਆਰ ਕਰਨੀ ਆ। ਉਹ ਸਾਡਾ ਫੈਸਲਾ ਕਿ ਹਰ ਹਾਲਤ ਅਸੀਂ ਪਰੇਡ ਕਰਾਂਗੇ, ਮਤਲਬ ਕਿਉਂ ਕਿੱਥੇ ਜੇ ਹਾਕਮ ਜਾਂ ਸਰਕਾਰ 26 ਜਨਵਰੀ ਮਨਾ ਸਕਦੀ ਆ, ਜਿਹੜੇ ਉੱਥੇ ਬੋਲਦੇ ਵੀ ਆ ਕਿ ਸਭ ਨੂੰ ਜਮਹੂਰੀਅਤ ਆ, ਡੈਮੋਕ੍ਰੇਟ ਆ, ਤਾਂ ਫਿਰ ਕਿਸਾਨਾਂ ਨੂੰ ਵੀ ਆ। ਉਹ ਅਸੀਂ ਤਾਂ ਕਹਿੰਦੇ ਹਾਂ ਕਿ ਮਤਲਬ ਸਾਨੂੰ ਪਰੇਡ ਦੇ ਵਿੱਚ ਹੀ ਸੱਦਾ ਦਿੱਤਾ, ਅਸੀਂ ਆਪਣੇ ਉਹ ਕਾਰਾਂ ਤੇ ਜਾਣਗੇ, ਅਸੀਂ ਆਪਣੇ ਟਰੈਕਟਰਾਂ ਤੇ ਜਾਈਏ। ਤੇ ਫਿਰ ਵੀ ਅੱਜ ਉਹਨਾਂ ਨੇ ਸਾਨੂੰ ਪੁਲਿਸ ਨੇ ਸੱਦਿਆ, ਉਹਨਾਂ ਨੂੰ ਅਸੀਂ ਦੱਸਣਾ ਵੀ ਅਸੀਂ ਭਾਈ ਪਹਿਲਾਂ ਵੀ ਕਿਹਾ ਵਾ ਸਾਡਾ ਬਿਲਕੁਲ ਸ਼ਾਂਤਮਈ ਪੀਸਫੁਲੀ, ਔਰ ਹੁਣ ਤੱਕ ਦਾ ਸਾਡਾ ਇਤਿਹਾਸ ਵੀ ਦੱਸ ਰਿਹਾ ਕਦੋਂ ਤੋਂ ਅਸੀਂ ਇਸ ਮੋਰਚੇ 'ਚ ਬੈਠੇ ਹਾਂ। ਪਹਿਲਾਂ ਵੀ ਸਾਡੇ ਤੇ ਜੇ ਦੋਸ਼ ਲੱਗਦੇ ਸੀਗੇ ਵੀ ਇਹ ਕਿਸਾਨ ਆ, ਇਹ ਭੋਲੇ ਆ, ਇਹ ਤਾਂ ਖੁੰਡਿਆਂ ਵਾਲੇ ਆ। ਔਰ ਅਸੀਂ ਦੁਨੀਆ ਵਿੱਚ ਮਤਲਬ ਦਸਾਤਾ ਕਿ ਕਿਸਾਨ ਨਾ ਤਾਂ ਭੋਲੇ ਆ, ਨਾ ਕੋਈ ਸ਼ਾਂਤੀ ਭੰਗ ਕਰਨ ਵਾਲੇ, ਇਹ ਬੜੇ ਜਾਬਤੇ ਨਾਲ ਮਤਲਬ ਲੜਨ ਵਾਲੇ ਲੋਕ ਆ। ਸਾਡਾ ਇਤਿਹਾਸ ਆ, ਅਸੀਂ ਲੜਾਈਆਂ ਲੜੀਆਂ, ਇਹ ਸਾਬਤ ਕੀਤਾ ਤੇ ਹੁਣ ਵੀ ਸਾਬਤ ਕਰਾਂਗੇ 26 ਜਨਵਰੀ ਨੂੰ। ਔਰ ਸਾਨੂੰ ਪੂਰਨ ਵਿਸ਼ਵਾਸ ਆ ਕਿ ਜੋ ਸੰਯੁਕਤ ਮੋਰਚੇ ਨੇ ਤੈਅ ਕਰਨਾ ਰੂਟ ਕਿਵੇਂ ਕਰਨਾ, ਕਿੱਧਰ ਜਾਣਾ, ਉਹ ਬਿਲਕੁਲ ਪੀਸਫੁਲੀ ਰਹੂਗਾ। ਤੇ ਸਾਨੂੰ ਯਕੀਨ ਆ ਕਿ ਨੌਜਵਾਨ ਆ, ਸਾਡੇ ਬੱਚੇ ਜਿਹੜੇ ਆਏ ਆ, ਉਹ ਸਾਡੇ ਫੈਸਲੇ ਨੂੰ ਪੂਰੀ ਤਰ੍ਹਾਂ ਮੰਨਣਗੇ। ਤਾਂ ਬੀਤੇ ਦਿਨ ਬੀਜੇਪੀ ਆਗੂ ਕਹਿ ਰਹੇ ਸੀ ਕਿ ਕਿਸਾਨ ਕਿਉਂ ਅੜੇ ਹੋਏ ਨੇ, 26 ਤਰੀਕ ਨੂੰ ਹੀ ਕਿਉਂ ਪਰੇਡ ਕਰਨੀ ਹੈ, ਉਹ 27 ਜਾਂ 28 ਜਾਂ ਫਿਰ ਕੋਈ ਹੋਰ ਦਿਨ ਡਿਸਾਈਡ ਕਰ ਲੈਣ, 26 ਤਰੀਕ ਨੂੰ ਕਿਉਂ ਵਿੱਚ ਉਹ ਕਹਿ ਰਹੇ ਨੇ ਕਿ ਵਿਘਨ ਪਾ ਰਹੇ ਨੇ? ਅਸੀਂ ਥੋੜਾ ਹੀ ਵਿਘਨ ਪਾ ਰਹੇ ਹਾਂ। ਤਾਂ ਜੇ ਸਰਕਾਰ ਕਹਿੰਦੀ ਹੈ ਕਿ ਡੈਮੋਕ੍ਰੇਸੀ ਆ, ਤੇ ਫਿਰ ਸਰਕਾਰ ਕਰ ਲੈ 29 30 ਦਾ, ਸਾਨੂੰ 26 ਛੱਡ ਦੇ।
ਬਿਲਕੁਲ ਤਾਂ ਪੁਲਰ ਤਾਂ ਮਤਲਬ ਬਾਰ-ਬਾਰ ਜੇ ਇਹ ਗੱਲ ਸਰਕਾਰ ਜਦੋਂ ਇਹ ਕਹੀ ਜਾਂਦੀ ਹੈ ਤਾਂ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਸਾਨੂੰ ਸਲਾਹ ਦੇ ਰਹੀ ਹੈ ਤਾਂ ਫਿਰ ਬੀਜੇਪੀ ਕਿਸੇ ਹੋਰ ਦਿਨ ਗਣਤੰਤਰ ਦਿਹਾੜਾ ਕੀ ਮਨਾ ਸਕਦੀ ਹੈ, ਜੇਕਰ ਨਹੀਂ ਤਾਂ ਫਿਰ ਅਸੀਂ ਵੀ ਨਹੀਂ ਮਨਾ ਸਕਦੇ। ਸ਼ੁਕਰੀਆ ਪੁਲਰ ਫਿਲਹਾਲ ਇਹ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਨ ਦੇ ਲਈ। ਤਾਂ ਫਿਲਹਾਲ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ। ਉਧਰ ਦਿੱਲੀ ਪੁਲਿਸ ਦੀ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਹੁਣ ਤੋਂ ਥੋੜੀ ਹੀ ਦੇਰ ਦੇ ਵਿੱਚ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ब्रेक तो बाद एक बार फिर थोड़ा स्वागत है। गल करते हैं हरियाणा के किसान आगू गुरनाम चढ़ूणी दी, जिन्हां दे नाल जुड़िया होया विवाद सुलझ गया है। संयुक्त किसान मोर्चे च चढ़ूणी दी वापसी हो गई है। चढ़ूणी ने सियासी प्रोग्राम दे विच शामिल ना होने का भरोसा दिता है तो लिखती भरोसे तो बाद मोर्चे ने सस्पेंशन वापस ले लिया है। गुरनाम चढ़ूणी पहला वांग ही मोर्चे का हिस्सा बने रहणगे, सरकार दे नाल होने वाली मीटिंगां दे विच शामिल भी होणगे। दस दईए कि सियासी लीडरां दे नाल चढ़ूणी दी मुलाकात तो बाद यह विवाद भखिया सी, पर उस तो बाद जो उन्होंने आरजी तौर पर सस्पेंड कर दिता गया संयुक्त मोर्चे के वलों। पर चढ़ूणी के वलों जो अपना स्पष्टीकरण मोर्चे को दिता गया था, उस स्पष्टीकरण तो संतुष्ट होके इस मोर्चे के विच चढ़ूणी की वापसी हो गई है। तो उधर इस पूरे विवाद से गुरनाम चढ़ूणी ने की सफाई दी ते किसान मोर्चा चढ़ूणी के किहड़े भरोसे तो संतुष्ट होया, आओ तुहानूं सुणाउने आ। ਤੁਹਾਨੂੰ ਦੱਸਿਆ ਉਹ ਕਮੇਟੀ ਵੀ ਹੋਰਾਂ ਨੇ ਬਣਾਈ ਹੈ, ਮੈਂ ਤਾਂ ਕਮੇਟੀ ਵੀ ਨਹੀਂ ਬਣਾਈ। ਮੈਂ ਤਾਂ ਕਮੇਟੀ ਵੀ ਨਹੀਂ ਬਣਾਈ। ਜਿਹੜੇ ਕਹਿੰਦੇ ਨੇ ਮੈਂ ਉਹਦੀ ਪ੍ਰਧਾਨਗੀ ਕੀਤੀ, ਦੱਸੋ ਮੈਂ ਕਿਹੜੀ ਪ੍ਰਧਾਨਗੀ ਕੀਤੀ? ਮੈਂ ਤਾਂ ਪ੍ਰਧਾਨਗੀ ਵੀ ਨਹੀਂ ਕੀਤੀ। ਇਹ ਤੇ ਉਹ ਡਰਾਵਾ ਕਰਤਾ ਖੜਾ। ਮੈਂ ਕੇਵਲ ਸ਼ਾਮਲ ਹੋਇਆ ਉਹਦੇ 'ਚ, ਤੇ ਸ਼ਾਮਲ ਹੋਣਾ ਕੋਈ ਗੁਨਾਹ ਨਹੀਂ ਹੈ। ਮੇਰੀ ਵਿਚਾਰਧਾਰਾ ਐਵੇਂ ਹੋ ਗਿਆ, ਠੀਕ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਮੈਨੂੰ ਕਹਿ ਦਿੱਤਾ ਜਾਂਦਾ, ਆਰਡਰ ਦੇ ਦਿੱਤਾ ਜਾਂਦਾ, ਨਹੀਂ ਹੋਣਾ ਨਾ ਵੀ ਹੁੰਦਾ। ਹੁਣ ਕਹਿ ਦੇਣਗੇ ਨਹੀਂ ਹੋਣਾ ਨਹੀਂ ਹੋਵਾਗਾ। ਇਹਦੇ ਡਿਸਪਿਊਟ ਕਿਤੇ ਹੈ ਹੀ ਨਹੀਂ। ਇਹਦੇ 'ਚ ਹੋਈ ਹੈ, ਕੋਈ ਜਲਦਬਾਜ਼ੀ ਹੋਈ ਹੈ। ਹਾਂ, ਇਹ ਕਹਿ ਲਓ ਜਲਦਬਾਜ਼ੀ ਹੋਈ ਹੈ, ਜਾਂ ਜਲਦਬਾਜ਼ੀ ਹੋਈ ਹੈ, ਜਾਂ ਫਿਰ ਕਹਿ ਲਓ ਬਈ ਕਿਤੇ ਨਾ ਕਿਤੇ ਕੋਈ ਜਦੋਂ ਟੱਬਰ 'ਚ ਹੁੰਦਾ ਫਿਰ ਉਹ ਜਲਨ ਕਿਤੇ ਪੈਦਾ ਹੋ ਜਾਂਦੀ, ਉਹ ਕਿਤੇ ਫੁੱਟ ਗਈ। लिखित अपना स्पष्टीकरण दिया। उन्होंने साफ किया कि कल की जो मीटिंग हुई थी वो उन्होंने अपनी निजी हैसियत में की थी, संयुक्त मोर्चा से इसका कोई ताल्लुक नहीं था। उन्होंने बताया कि संयुक्त किसान मोर्चा के साथ वो थे, हैं और रहेंगे, और इस पूरे अनुभव से एहसास करते हुए उन्होंने स्पष्टीकरण दिया कि इस आंदोलन के दौरान वो किसी भी पॉलिटिकल मीटिंग में और हिस्सा नहीं लेंगे। और उनका ये बयान, उनका स्पष्टीकरण आने के बाद कमेटी ने फैसला किया कि अब इसको स्वीकार करते हुए इस पूरे विवाद को अब समाप्त करते हैं। चढ़ूणी जी कल से हमारी 7 मेंबरी कमेटी में और जो हमारा डेलीगेशन है उसमें बदस्तूर जाएंगे और हमारी एकता पहले की तरह बरकरार रहेगी। तो उधर किसान अंदोलन दे विच औरतां भी वध चढ़ के हिस्सा ले रही ने। कल किसान महिला दिवस मनाया गया। इस दौरान अंदोलन च औरतां ने अपना शक्ति प्रदर्शन किया। दिल्ली तो लैके पंजाब तक औरतां दी अगवाई दे विच प्रदर्शन किए गए। सोमवार का दिन महिलावां दे नां रिहा। सोमवार का दिन महिला किसान दिवस के नां ते मनाया गया। दिल्ली के बॉर्डर तो लैके पंजाब दीआं वख-वख थावां ते होए प्रदर्शनां च महिलावां ने मोर्चे संभाले, मोहरी भूमिका निभाई। दिल्ली के टिकरी ते ਸਿੰਘੂ ਬਾਰਡਰ ਦੇ ਮੰਚਾਂ ਦੀ ਕਾਰਵਾਈ ਔਰਤਾਂ ਵੱਲੋਂ ਚਲਾਈ ਗਈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਪੁੱਛਿਆ ਸੀ ਕਿ ਅੰਦੋਲਨ ਦੇ ਵਿੱਚ ਬਜ਼ੁਰਗ, ਔਰਤਾਂ ਤੇ ਬੱਚੇ ਕਿਉਂ ਸ਼ਾਮਲ ਨੇ, ਤਾਂ ਸੋਮਵਾਰ ਨੂੰ ਕਿਸਾਨਾਂ ਨੇ ਮੋਰਚੇ ਦੀ ਅਗਵਾਈ ਹੀ ਔਰਤਾਂ ਦੇ ਹੱਥ ਵਿੱਚ ਦੇ ਦਿੱਤੀ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਔਰਤਾਂ ਦੀ ਇਸ ਅੰਦੋਲਨ ਦੇ ਵਿੱਚ ਕਿੰਨੀ ਵੱਡੀ ਭੂਮਿਕਾ ਹੈ। ਸਾਡੀ ਅੱਜ ਇਹ ਵਜ੍ਹਾ ਕਿ ਅੱਜ ਜਿਹੜਾ ਇਹ ਇੱਕ ਮਤਲਬ ਆਲ ਵਰਲਡ ਦੇ ਵਿੱਚ, ਆਲ ਇੰਡੀਆ ਦੇ ਵਿੱਚ ਇਹ ਜਿਹੜਾ ਮਹਿਲਾ ਕਿਸਾਨ ਦਿਵਸ ਮਨਾ ਰਿਹਾ, ਭਾਵੇਂ ਕਿ ਇਹ 8 ਮਾਰਚ ਨੂੰ ਹੁੰਦਾ ਸੀ, ਪਰ ਅੱਜ ਜੋ ਸੰਘਰਸ਼ ਕਿਸਾਨਾਂ ਵੱਲੋਂ ਚੱਲਿਆ ਆ ਰਿਹਾ ਉਹਦੇ ਅਕੋਰਡਿੰਗ ਅੱਜ ਹਰ ਘਰ ਦੀ ਔਰਤ ਘਰਾਂ ਤੋਂ ਬਾਹਰ ਆ ਗਈ ਹੈ। ਔਰ ਇਸ ਜੋਸ਼ ਨੂੰ ਦੇਖਦੇ ਹੋਏ ਅੱਜ ਹਰ ਔਰਤ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀ ਹੈ। ਬਰਨਾਲਾ ਦੇ ਵਿੱਚ ਔਰਤਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਦੇ ਵਿੱਚ ਔਰਤਾਂ ਬਰਨਾਲਾ ਦੇ ਵਿੱਚ ਇਕੱਠੀਆਂ ਹੋਈਆਂ। ਔਰਤਾਂ ਨੇ ਦੱਸਿਆ ਕਿ ਉਹ ਸਿਰਫ ਚੁੱਲ੍ਹਾ ਚੌਂਕਾ ਹੀ ਨਹੀਂ ਸੰਭਾਲਦੀਆਂ, ਲੋੜ ਪੈਣ ਤੇ ਮੋਰਚੇ ਵੀ ਸੰਭਾਲਦੀਆਂ ਨੇ। ਜਿਹੜੀ
ਜਿਹੜੀ ਸਾਡੀ ਇਹ ਲੜਾਈ ਹੈ ਇਹ ਸਾਡੇ ਇਕੱਲੇ ਭਰਾਵਾਂ ਦੀ ਨਹੀਂ ਹੈ, ਸਾਡੇ ਬਜ਼ੁਰਗਾਂ ਦੀ ਨਹੀਂ ਹੈ। ਅਸੀਂ ਸਾਡੇ ਭਰਾਵਾਂ ਦੇ ਨਾਲ, ਸਾਡੇ ਵੀਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ। ਜਿਹੜਾ 26 ਤਰੀਕ ਦਾ ਪ੍ਰੋਗਰਾਮ ਲਿਖਿਆ ਗਿਆ, ਜਿਵੇਂ ਸਾਨੂੰ ਜਥੇਬੰਦੀ ਐਲਾਨ ਕਰੂਗੀ ਜੀ, ਅਸੀਂ ਉੱਥੇ ਵੀ ਪਹੁੰਚਾਂਗੇ। ਆਪਣੇ ਟਰੈਕਟਰ ਟਰਾਲੀਆਂ ਔਰਤਾਂ ਸਾਡੀਆਂ ਆਪ ਚਲਾ ਕੇ ਟਰੈਕਟਰ ਲੈ ਕੇ ਜਾਣਗੀਆਂ। ਔਰਤਾਂ ਦੀ ਤਾਕਤ ਬਰਨਾਲਾ ਦੇ ਨਾਲ-ਨਾਲ ਅੰਮ੍ਰਿਤਸਰ, ਮਾਨਸਾ, ਬਠਿੰਡਾ 'ਚ ਵੀ ਦੇਖਣ ਨੂੰ ਮਿਲੀ, ਜਿੱਥੇ ਵੱਡੀ ਗਿਣਤੀ ਵਿੱਚ ਔਰਤਾਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਈਆਂ। ਹਰਿਆਣਾ ਦੇ ਜੀਂਦ ਵਿੱਚ ਇੱਕ ਮਹਿਲਾ ਡਾਕਟਰ ਆਪਣੀ ਕਲੀਨਿਕ ਬੰਦ ਕਰਕੇ ਸੜਕ ਤੇ ਆ ਬੈਠੀ ਤਾਂ ਜੋ ਦਿੱਲੀ ਆਉਣ ਜਾਣ ਵਾਲੇ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18।